ਯਹੋਸ਼ੂਆ ਦੀ ਕਿਤਾਬ ਕੱਢੀਏ ਸਾਰੇ ਜਣੇ, ਉਹਦਾ ਪਹਿਲਾ ਚੈਪਟਰ। ਅੱਜ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਸਿੱਖਣਾ ਹੈ ਕਿ ਅਸੀਂ ਤਕੜੇ ਹੋਣਾ ਹੈ। ਹਾਲੇਲੂਇਆ। ਕੀ ਹੋਣਾ? ਅਸੀਂ ਤਕੜੇ ਹੋਣਾ। ਤਕੜੇ ਹੋਣ ਦਾ ਮਤਲਬ ਕੀ ਹੁੰਦਾ ਹੈ? ਪਹਿਲਵਾਨ ਬਣਨਾ ਹੈ, ਮਜ਼ਬੂਤ ਬਣਨਾ। ਜੀ ਡਾਊਨ ਕਰ ਦਿਓ ਅੱਜ। ਯਹੋਸ਼ੂਆ ਪਹਿਲਾ ਅਧਿਆਇ ਅਸੀਂ ਪੜਾਂਗੇ ਔਰ ਸਿੱਖਾਂਗੇ ਖੁਦਾ ਦੇ ਵਚਨ ਦੇ ਵਿੱਚੋਂ ਅੱਜ ਪਰਮੇਸ਼ਰ ਸਾਡੇ ਨਾਲ ਕੀ ਗੱਲ ਕਰਨੀ ਚਾਹੁੰਦਾ ਹੈ। ਯਹੋਸ਼ੂਆ ਪਹਿਲਾ ਅਧਿਆਇ ਦੀ 7 ਐਤ ਦੇ ਵਿੱਚ ਲਿਖਿਆ ਹੈ, ਤੂੰ ਨਿਰਾ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ, ਤਾਂ ਜੋ ਤੂੰ ਉਸ ਸਾਰੀ ਵਿਵਸਥਾ ਦੇ ਅਨੁਸਾਰ ਜਿਸ ਦਾ ਮੇਰੇ ਦਾਸ ਮੂਸਾ ਨੇ ਤੈਨੂੰ ਹੁਕਮ ਦਿੱਤਾ ਹੈ ਪਾਲਣਾ ਕਰਕੇ ਪੂਰਾ ਕਰੇ। ਉਸ ਤੋਂ ਸੱਜੇ ਅਥਵਾ ਖੱਬੇ ਨਾ ਮੁੜੇ, ਤਾਂ ਜੋ ਤੂੰ ਜਿੱਥੇ ਜਾਵੇਂ ਤੇਰਾ ਬੋਲ ਬਾਲਾ ਹੋਵੇ। ਆਮੀਨ। ਫਿਰ ਤੂੰ ਜਿੱਥੇ ਜਾਏਗਾ ਕੀ ਹੋਏਗਾ? ਤੇਰਾ ਬੋਲ ਬਾਲਾ ਹੋਏਗਾ। ਆਪਨੇ ਇੱਕ ਇੱਕ ਪੁਆਇੰਟ ਨੂੰ ਬੜੇ ਅੱਛੇ ਤਰੀਕੇ ਨਾਲ ਨੋਟ ਕਰਨਾ ਹੈ। ਪਰਮੇਸ਼ਰ ਕਹਿੰਦਾ ਹੈ ਨੰਬਰ 1 ਤੂੰ ਤਕੜਾ ਹੋ। ਨੰਬਰ 2 ਪਰਮੇਸ਼ਰ ਕਹਿੰਦਾ ਤੂੰ ਵੱਡਾ ਹੌਸਲਾ ਰੱਖ। ਨੰਬਰ 3 ਪਰਮੇਸ਼ਰ ਉਹਨੂੰ ਕਹਿੰਦਾ ਹੈ ਤੇਰੀ ਸਾਰੀ ਅਵਸਥਾ ਦੇ ਤੂੰ ਉਸ ਸਾਰੀ ਵਿਵਸਥਾ ਅਨੁਸਾਰ ਜਿਸ ਦਾ ਮੇਰੇ ਦਾਸ ਮੂਸਾ ਨੇ ਤੈਨੂੰ ਹੁਕਮ ਦਿੱਤਾ ਤੂੰ ਚੱਲਣਾ ਹੈ। ਪਰਮੇਸ਼ਰ ਕਿਉਂ ਕਹਿ ਰਿਹਾ ਯਹੋਸ਼ੂਆ ਨੂੰ ਤੂੰ ਵੱਡਾ ਹੌਸਲਾ ਰੱਖ? ਆਪਾਂ ਹੌਸਲਾ ਇਨਸਾਨ ਨੂੰ ਕਦੋਂ ਦਿੰਨੇ ਆ? ਜਦੋਂ ਕਿਸੇ ਘਰ ਦੇ ਵਿੱਚ ਡੈਥ ਹੋਈ ਹੁੰਦੀ ਹੈ। ਹੁਣ ਯਹੋਸ਼ੂਆ ਦਾ ਜਿਹੜਾ ਜ਼ਿਆਦਾਤਰ ਜੀਵਨ ਸੀ ਉਹ ਮੂਸਾ ਦੇ ਨਾਲ ਬਤੀਤ ਹੋਇਆ ਸੀ। ਉਹ ਹਰ ਸਮੇਂ ਹਰ ਘੜੀ ਮੂਸਾ ਦੇ ਨਾਲ ਹੀ ਰਹਿੰਦਾ ਹੈ। ਬਾਈਬਲ ਦੇ ਵਿੱਚ ਲਿਖਿਆ ਮੂਸਾ ਪਹਾੜ ਦੇ ਉੱਤੇ ਪ੍ਰਾਰਥਨਾ ਕਰਨ ਦੇ ਲਈ ਗਿਆ। 40 ਦਿਨ ਔਰ 40 ਰਾਤਾਂ ਉਹ ਪਹਾੜ ਦੇ ਉੱਤੇ ਦੁਆ ਕਰਦਾ ਹੈ ਔਰ 40 ਦਿਨ ਔਰ 40 ਰਾਤਾਂ ਯਹੋਸ਼ੂਆ ਪਹਾੜ ਦੇ ਥੱਲੇ ਬੈਠ ਕੇ ਮੂਸਾ ਦੀ ਉਡੀਕ ਕਰਦਾ ਹੈ। ਇੰਨਾ ਪਿਆਰ ਸੀ ਉਹਦਾ ਮੂਸਾ ਦੇ ਨਾਲ ਔਰ ਇੰਨਾ ਅਧੀਨ ਸੀ ਉਹ ਮੂਸਾ ਦੇ। ਔਰ ਮੂਸਾ ਨੂੰ ਕੋਈ ਕੈਂਸਰ ਦੀ ਬਿਮਾਰੀ ਨਹੀਂ ਹੋਈ, ਕੋਈ ਬੁਖਾਰ ਨਹੀਂ ਚੜਿਆ, ਕੁਝ ਨਹੀਂ ਹੋਇਆ। ਪਰਮੇਸ਼ਰ ਨੇ ਉਹਨੂੰ ਪਹਾੜ ਤੇ ਬੁਲਾਇਆ। ਤਾਂ ਬਾਈਬਲ ਦੇ ਵਿੱਚ ਅਗਰ ਆਪਾਂ ਪੜ੍ਹੀਏ ਧਿਆਨ ਦੇ ਨਾਲ ਮੂਸਾ ਦੀ ਸਟੋਰੀ ਨੂੰ, ਤਾਂ ਮੂਸਾ ਦਾ ਪਹਾੜ ਤੇ ਜਾਣਾ, ਜਾ ਕੇ ਖੁਦਾ ਦੇ ਨਾਲ ਰਹਿਣਾ ਕਈ ਦਿਨ ਇੱਕ ਆਮ ਗੱਲ ਸੀ। ਇੱਕ ਆਮ ਹੀ ਗੱਲ ਸੀ ਮੂਸਾ ਦੇ ਵਾਸਤੇ ਔਰ ਯਹੋਸ਼ੂਆ ਵਾਸਤੇ ਵੀ। ਪਰ ਇੱਕ ਦਿਨ ਇਹੋ ਜਿਹਾ ਸਮਾਂ ਆਇਆ, ਆਪ ਇਹਦੇ ਨਾਲ ਹੀ ਵਰਕਾ ਨਹੀਂ ਥਲਣਾ। ਆਪਨੇ ਅਗਰ ਆਪ ਕੋਲ ਪੁਰਾਣੀਆਂ ਬਾਈਬਲਾਂ ਵਿਵਸਥਾ ਸਾਰ 34 ਦੇ ਆਏ ਪਹਿਲੀ ਆਇਤ ਦੇ ਵਿੱਚ ਲਿਖਿਆ ਹੈ, ਮੂਸਾ ਮੁਆਬ ਦੇ ਮੈਦਾਨ ਤੋਂ ਨਬੋ ਪਹਾੜ ਨੂੰ ਪਿਸਗਾ ਦੀ ਚੋਟੀ ਉੱਤੇ ਜਿਹੜਾ ਯਰੀਹੋ ਦੇ ਅੱਗੇ ਹੈ ਚੜ ਗਿਆ ਅਤੇ ਯਹੋਵਾ ਨੇ ਉਸ ਨੂੰ ਗਿਲਿਆਦ ਦੀ ਸਾਰੀ ਧਰਤੀ ਦਾਨਤੀਕ ਵਿਖਾਈ। ਨਾਲੇ ਸਾਰਾ ਨਫਤਾਲੀ, ਅਫਰਾਈਮ, ਮਨਸ਼ਿਆ ਦੇ ਦੇਸ਼, ਯਹੂਦਾ ਦਾ ਸਾਰਾ ਦੇਸ਼ ਪਿਛਲੇ ਸਮੁੰਦਰ ਤੀਕ, ਨਾਲੇ ਦੱਖਣ ਯਰੀਹੋ ਦੀ ਦੂਣ ਦਾ ਮੈਦਾਨ ਜਿਹੜਾ ਖਜੂਰਾਂ ਦੇ ਬਿਰਸ਼ਾਂ ਦਾ ਸ਼ਹਿਰ ਹੈ ਸਵਾਰ ਤੀਕ। ਤਾਂ ਯਹੋਵਾ ਨੇ ਉਸ ਨੂੰ ਆਖਿਆ, ਇਹ ਦੇਸ਼ ਹੈ ਜਿਹਦੀ ਸਹੁੰ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ ਕਿ ਮੈਂ ਇਹ ਤੇਰੀ ਅੰਸ਼ ਨੂੰ ਦਿਆਂਗਾ। ਮੈਂ ਤੈਨੂੰ ਤੇਰੀ ਅੱਖੀਂ ਇਹ ਵਿਖਾਇਆ, ਪਰ ਤੂੰ ਉੱਥੇ ਨਹੀਂ ਲੰਘੇਗਾ। ਕੀ ਕਹਿੰਦਾ ਪਰਮੇਸ਼ਰ? ਸਾਰਾ ਕੁਝ ਦਿਖਾਇਆ ਪਰਮੇਸ਼ਰ ਨੇ ਪਹਾੜ ਤੇ ਸੱਦ ਕੇ ਮੂਸਾ ਨੂੰ। ਕੀ ਵਿਖਾਇਆ? ਲਿਖਿਆ ਗਿਲਿਆਦ ਦੀ ਸਾਰੀ ਧਰਤੀ ਵਿਖਾਈ, ਦਾਨਤੀਕ, ਸਾਰਾ ਨਫਤਾਲੀ, ਅਫਰਾਈਮ, ਮਨਸ਼ਿਆ ਦੇ ਦੇਸ਼ ਵਿਖਾਏ, ਯਹੂਦਾ ਦਾ ਸਾਰਾ ਦੇਸ਼ ਵਿਖਾਇਆ। ਲਿਖਿਆ ਦੱਖਣ ਯਰੀਹੋ ਦੀ ਸਾਰਾ ਮੈਦਾਨ ਵਿਖਾਇਆ, ਉਹ ਸ਼ਹਿਰ ਵਿਖਾਏ ਜਿੱਥੇ ਖਜੂਰਾਂ ਦੇ ਬੜੇ ਰੁੱਖ ਸੀ। ਤੇ ਪਰਮੇਸ਼ਰ ਨੇ ਮੂਸਾ ਨੂੰ ਕਿਹਾ, ਇਹ ਸਾਰੀ ਧਰਤੀ ਮੈਂ ਤੇਰੇ ਲੋਕਾਂ ਨੂੰ ਦੇਣ ਦੀ ਸਹੁੰ ਅਬਰਾਹਾਮ, ਇਸਹਾਕ ਤੇ ਯਾਕੂਬ ਨਾਲ ਖਾਧੀ। ਪਰ ਪਰਮੇਸ਼ਰ ਕਹਿੰਦਾ ਮੈਂ ਤੈਨੂੰ ਤੇਰੀ ਅੱਖੀਂ ਇਹ ਵਿਖਾਇਆ, ਪਰ ਤੂੰ ਉੱਥੇ ਨਹੀਂ ਲੰਘੇਗਾ। ਸੋ ਮੂਸਾ ਯਹੋਵਾ ਦਾ ਦਾਸ ਉੱਥੇ ਮੁਆਬ ਦੇ ਦੇਸ਼ ਵਿੱਚ ਯਹੋਵਾ ਦੇ ਆਖਣ ਅਨੁਸਾਰ ਮਰ ਗਿਆ ਅਤੇ ਉਹਨੇ ਉਸ ਨੂੰ ਮੁਆਬ ਦੇਸ਼ ਦੀ ਦੂਣ ਵਿੱਚ ਬੈਤ ਅਪੋਰ ਅੱਗੇ ਦਫਨਾਇਆ। ਕੋਈ ਮਨੁੱਖ ਉਸ ਦੀ ਕਬਰ ਨੂੰ ਅੱਜ ਤੀਕ ਨਹੀਂ ਜਾਣਦਾ। ਹੱਥਾਂ ਨੂੰ ਉਠਾ ਕੇ ਬੋਲੋ ਸਾਰੇ ਹਾਲੇਲੂਇਆ। ਇੱਥੇ ਤੇ ਸਿਰਫ ਇੰਨਾ ਕੁ ਲਿਖਿਆ ਵਾ 6 ਐਤ ਦੇ ਵਿੱਚ ਕਿ ਉਹਨੇ ਉਸ ਨੂੰ ਮੁਆਬ ਦੇਸ਼ ਦੀ ਦੂਣ ਵਿੱਚ ਬੈਤ ਅਪੋਰ ਅੱਗੇ ਦਫਨਾਇਆ।
ਉਹਨੇ ਮੂਸਾ ਨੂੰ ਦਫਨਾਇਆ। ਕਿੰਨੇ ਦਫਨਾਇਆ? ਇਹਨੂੰ ਆਪਾਂ ਸਿੱਖਣ ਦੇ ਲਈ ਨਵੇਂ ਨੇਮ 'ਚ ਚੱਲਾਂਗੇ। ਬਾਈਬਲ ਦੀ ਸੈਕੰਡ ਲਾਸਟ ਕਿਤਾਬ ਹੈ ਯਹੂਦਾ। ਪ੍ਰਕਾਸ਼ ਦੀ ਪੋਥੀ ਤੋਂ ਪਹਿਲਾਂ ਯਹੂਦਾ ਦੀ ਕਿਤਾਬ ਹੈ, ਉਹਦਾ ਇੱਕੋ ਹੀ ਚੈਪਟਰ ਹੈ, ਉਹਦੀ 9 ਐਤ। ਪਰ ਮਹਾਦੂਤ ਮੀਕਾਏਲ ਜਾਂ ਸ਼ੈਤਾਨ ਨਾਲ ਝਗੜਾ ਕਰਕੇ ਮੂਸਾ ਦੀ ਲੋਥ ਦੇ ਵਿਕੇ ਵਿਵਾਦ ਕਰਦਾ ਸੀ, ਤਾਂ ਉਸ ਦਾ ਹਿਆਉ ਨਾ ਪਿਆ ਵੀ ਮਿਹਣਾ ਮਾਰ ਕੇ ਉਸ ਉਤੇ ਦੋਸ਼ ਲਾਵੇ। ਇਹ ਆਖਿਆ ਕਿ ਪ੍ਰਭੂ ਤੈਨੂੰ ਸਮਝੇ। ਆਮੀਨ। ਮੂਸਾ ਮਰ ਗਿਆ ਪਹਾੜ ਉਤੇ, ਤਾਂ ਉਹਨੂੰ ਕਿਸੇ ਇਨਸਾਨ ਨੇ ਉਹਦਾ ਕਫਨ ਦਫਨ ਨਹੀਂ ਕੀਤਾ। ਪਰਮੇਸ਼ਰ ਨੇ ਮੀਕਾਏਲ ਦੂਤ ਨੂੰ ਉੱਥੇ ਭੇਜਿਆ ਕਿ ਜਾ ਕੇ ਮੇਰੇ ਦਾਸ ਮੂਸਾ ਦੀ ਜਿਹੜੀ ਡੈਡ ਬੋਡੀ ਆ ਉਹਦਾ ਕਫਨ ਦਫਨ ਕਰਕੇ ਆ, ਉਹਨੂੰ ਦਫਨਾ ਕੇ ਆ। ਤਾਂ ਉੱਥੇ ਸ਼ੈਤਾਨ ਹੁਣੀ ਵੀ ਆ ਗਏ। ਹੁਣ ਸ਼ੈਤਾਨ ਦੀ ਚਾਲ ਕੀ ਸੀ? ਅੱਜ ਵੀ ਬਹੁਤ ਸਾਰੇ ਚਰਚਾਂ ਦੇ ਵਿੱਚ, ਕਹਿਣਾ ਨਹੀਂ ਚਾਹੀਦਾ, ਬਹੁਤ ਸਾਰੇ ਚਰਚਾਂ ਦੇ ਵਿੱਚ ਉੱਥੇ ਦੇ ਪਾਸਟਰਾਂ ਦੀਆਂ ਜਿਹੜੀਆਂ ਡੈਡ ਬੋਡੀਆਂ ਦਫਨਾਈਆਂ ਹੋਈਆਂ ਨੇ। ਤਾਂ ਜਿਹੜੇ ਪੁਰਾਣੇ ਲੋਕ ਆ ਨਾ, ਪੁਰਾਣੇ ਪਾਸਟਰਾਂ ਨੂੰ ਮੰਨਦੇ ਸੀ, ਉਹ ਹੁਣ ਆਉਂਦੇ ਜਾਂਦੇ ਉਹ ਚਰਚ ਦੇ ਵਿੱਚ ਉਹ ਕਬਰ ਨੂੰ ਮੱਥਾ ਟੇਕਦੇ ਆ ਤੇ ਫਿਰ ਚਰਚ ਦੇ ਵਿੱਚ ਜਾਂਦੇ। ਇਹ ਸ਼ੈਤਾਨ ਦੀ ਪਲੈਨਿੰਗ ਹੁੰਦੀ ਜੀ। ਹੁਣ ਸ਼ੈਤਾਨ ਦੀ ਪਲੈਨਿੰਗ ਇੱਥੇ ਮੂਸਾ ਦੇ ਬਾਰੇ ਵੀ ਇਹੋ ਸੀ ਕਿ ਮੂਸਾ ਦੀ ਲਾਸ਼ ਨੂੰ ਚੁੱਕ ਕੇ ਮੈਂ ਕਿਹਦੇ ਕੋਲ ਲੈ ਜਾ? ਇਸਰਾਏਲੀਆਂ ਵਿੱਚ। ਤਾਂ ਦੇਖੋ, ਇਹ ਦੁਨੀਆ ਦਾ ਰਿਵਾਜ ਆ ਕਿ ਜਿਉਂਦੇ ਨੂੰ ਕੋਈ ਪੂਜੇ ਚਾਹੇ ਨਾ ਪੂਜੇ, ਪਰ ਮਰਿਆਂ ਨੂੰ ਜ਼ਰੂਰ ਪੂਜਦੇ ਆ। ਸਾਡੇ ਇਲਾਕੇ ਦੇ ਵਿੱਚ ਬਾਬਾ ਪਾਲਾ ਬੜਾ ਫੇਮਸ ਹੈ, ਚਲਾ ਗਿਆ ਇਸ ਜਹਾਨ ਤੋਂ, ਜਿਹਨੂੰ ਗਾਈਆਂ ਵਾਲਾ ਬਾਬਾ ਕਹਿੰਦੇ ਆ। ਤੋ ਚਲੋ ਅਸੀਂ ਤੇ ਉਹਨੂੰ ਨਹੀਂ ਮੰਨਦੇ, ਜਿਹੜੇ ਮੰਨਦੇ ਨੇ। ਜਦੋਂ ਉਹ ਜਿਉਂਦਾ ਸੀ, ਮੈਂ ਕਦੀ ਕਿਸੇ ਦੇ ਘਰ ਉਹਦੀ ਫੋਟੋ ਨਹੀਂ ਵੇਖੀ, ਕਦੀ ਕਿਸੇ ਦੇ ਮੋਟਰਸਾਈਕਲ ਤੇ, ਕਦੀ ਕਿਸੇ ਦੀ ਕਾਰ ਤੇ ਉਹਦੀ ਫੋਟੋ ਨਹੀਂ ਵੇਖੀ। ਪਰ ਜਦੋਂ ਉਹ ਚਲਾ ਗਿਆ ਜਹਾਨ ਛੱਡ ਕੇ, ਤੇ ਇੱਥੋਂ ਤੱਕ ਕਿ ਲੋਕ ਉਹਦੇ ਕੁੱਤੇ ਦੀਆਂ ਫੋਟੋਆਂ ਵੀ ਹੁਣ ਘਰਾਂ 'ਚ ਲਾਉਂਦੇ ਨੇ। ਇਹ ਦੁਨੀਆ ਦਾ ਰਿਵਾਜ ਵਾ ਕਿ ਜਿਉਂਦੇ ਨੂੰ ਭਾਵੇਂ ਘੱਟ ਮੰਨਣ, ਭਾਵੇਂ ਮੰਨਣ ਵੀ ਨਾ, ਪਰ ਜਦੋਂ ਕੋਈ ਮਰ ਜਾਂਦਾ ਨਾ, ਉਹਨੂੰ ਫਿਰ ਬੜਾ ਪੂਜਦੇ ਆ। ਤੋ ਸ਼ੈਤਾਨ ਦੀ ਪਲੈਨਿੰਗ ਇੱਥੇ ਮੂਸਾ ਦੇ ਬਾਰੇ ਵੀ ਇਹੋ ਸੀ ਕਿ ਮੂਸਾ ਦੀ ਲਾਸ਼ ਨੂੰ ਚੁੱਕ ਕੇ ਮੈਂ ਕਿੱਥੇ ਲੈ ਜਾ? ਦੁਨੀਆ ਦੇ ਵਿੱਚ ਲੈ ਜਾ, ਇਸਰਾਇਲੀ ਲੋਕਾਂ ਦੇ ਕੋਲ। ਤੇ ਇਸਰਾਇਲੀ ਕਹਿਣ, ਵਾਹ ਮੂਸਾ ਵਾਹ, ਇਹੋ ਸੀ ਜਿੰਨੇ ਟਾਂਗੇ ਦਾ ਕੀ ਬਣਾਤਾ? ਸੱਪ ਬਣਾਤਾ। ਇਹੋ ਮੂਸਾ ਸੀ ਜਿੰਨੇ ਸਾਨੂੰ 40 ਸਾਲ ਰੋਟੀ ਖਵਾਈ। ਹੁਣ ਬਣਾਓ ਇਹਦੀ ਮੂਰਤੀ ਤੇ ਉਹਦੇ ਅੱਗੇ ਢੁਮਚਕ ਕਰੋ। ਇਸ ਲਈ ਖੁਦਾ ਨੇ ਮੀਕਾਏਲ ਦੂਤ ਨੂੰ ਭੇਜਿਆ। ਇਹਦਾ ਮਤਲਬ ਵਿਵਸਥਾ ਸਾਰ ਚ ਕਲੀਅਰ ਨਹੀਂ ਕੀਤਾ, ਪਰ ਯਹੂਦਾ ਨੇ ਗਾੜੀ ਕਲੀਅਰ ਕਰਤਾ ਕਿ ਮੂਸਾ ਦੀ ਲਾਸ਼ ਨੂੰ ਆ ਕੇ ਕਿਹਨੇ ਦਫਨਾਇਆ? ਮੀਕਾਏਲ ਦੂਤ ਨੇ। ਕਿੰਨਾ ਭਾਗਾਂ ਵਾਲਾ ਸੀ ਨਾ ਮੂਸਾ। ਬੋਲੋ ਸਾਰੇ ਹਾਲੇਲੂਇਆ। ਜਿਹਦੀ ਬੋਡੀ ਨੂੰ ਆ ਕੇ, ਜਿਹਦੀ ਦੇਹ ਨੂੰ ਆ ਕੇ ਮਿੱਟੀ ਕਿੰਨੇ ਦਿੱਤੀ? ਸਵਰਗ ਦੂਤਾਂ ਨੇ। ਹੁਣ ਯੋਸ਼ੂਆ ਨੂੰ ਇਹ ਗੱਲ ਦਾ ਬੜਾ ਸਦਮਾ ਲੱਗ ਗਿਆ ਹੈ। ਮੇਰਾ ਗੁਰੂ ਅੱਗੇ ਵੀ ਪਹਾੜ ਤੇ ਜਾਂਦਾ ਸੀ, 40-40 ਦਿਨ ਲਾ ਆਉਂਦਾ ਸੀ, ਤਾਂ ਵੀ ਆ ਜਾਂਦਾ ਸੀ, ਆਇਆ ਹੀ ਨਹੀਂ ਅਜੇ ਤੱਕ। ਖੁਦਾ ਦੇ ਵੱਲੋਂ ਸੁਨੇਹਾ ਆ ਗਿਆ। ਜਦੋਂ ਤੁਸੀਂ ਪਹਿਲੀ ਆਇਤ ਪੜੋਗੇ ਨਾ, ਯਹੋਸ਼ੂਆ ਪਹਿਲਾ ਅਧਿਆਇ, ਪਹਿਲੀ ਆਇਤ ਚ ਲਿਖਿਆ, ਯਹੋਵਾ ਦੇ ਦਾਸ ਮੂਸਾ ਦੇ ਮਰਨ ਦੇ ਪਿੱਛੋਂ ਐਂ ਹੋਇਆ ਕਿ ਯਹੋਵਾ ਨੇ ਮੂਸਾ ਦੇ ਸੇਵਕ ਨੂਨ ਦੇ ਪੁੱਤਰ ਯੋਸ਼ੂਆ ਨੂੰ ਆਖਿਆ, ਮੇਰਾ ਦਾਸ ਮੂਸਾ ਮਰ ਗਿਆ ਹੈ। ਇਸ ਆਇਤ ਤੋਂ ਕਲੀਅਰ ਹੁੰਦਾ ਕਿ ਖੁਦ ਪਰਮੇਸ਼ਰ ਨੇ ਆ ਕੇ ਯੋਸ਼ੂਆ ਨੂੰ, ਆਪਣੇ ਲੋਕਾਂ ਨੂੰ ਦੱਸਿਆ ਕਿ ਮੂਸਾ ਮਰ ਚੁੱਕਾ, ਉਹਦੀ ਵੇਟ ਨਹੀਂ ਕਰਨੀ ਹੁਣ। ਹਾਲੇਲੂਇਆ। और जोर से बोलो हालेलुया। डेथ जो है वो अंत नहीं आ। जो इंसान मरदा है, बाइबल दे विच लिखा, जिहड़े मसीह विच होके मरदे, वो मरदे नहीं, वो सौ जांदे ने। क्योंकि मरण तो बाद खुदा दे लोग जिहड़े खुदा दे कोल चले जांदे ने, एक नवीं जिंदगी उन्हां दी शुरू हो जाती। हुण परमेश्वर योशुआ नूं कह रहा, 7 अध्याय दे विच फिर आ जावांगे कि तू तगड़ा हो जा, हुण ते की रख, वड्डा हौसला रख। सब मर गया, डोंट वरी। ईश्वर कहंदा मैं तेरे नाल, पर शर्त वा तेरे नाल तां होऊंगा तू
इस बाणी दे अनुसार जिंदगी जीनी आ। बोलो सारे हालेलुया। ਇਹਦੇ ਅਨੁਸਾਰ ਜ਼ਿੰਦਗੀ ਜੀਣੀ ਆ। ਬਾਈਬਲ ਦੇ ਵਿੱਚ ਲਿਖਿਆ ਚੱਖੋ ਤੇ ਵੇਖੋ ਯਹੋਵਾ ਕੀ ਆ। ਸਾਰੇ ਨਹੀਂ ਬੋਲ, ਚੱਖੋ ਤੇ ਵੇਖੋ ਯਹੋਵਾ ਕੀ ਆ। ਤੁਸੀਂ ਕੀ ਸਮਝਦੇ ਕਰੋਨਾ ਹੈ ਨਹੀਂ ਆ? ਹੈਗਾ ਵਾ, ਬੜਾ ਖਤਰਨਾਕ ਤਰੀਕੇ ਨਾਲ ਹੈਗਾ ਵਾ। ਜੇ ਤੁਹਾਨੂੰ ਨਹੀਂ ਕੁਝ ਹੋਣ ਦਿਆ ਤੇ ਤੁਸੀਂ ਖੁਦਾ ਦੀ ਦਇਆ ਸਮਝੋ ਆਪਣੇ ਤੇ। ਬੋਲੋ ਹਾਲੇਲੂਇਆ। ਨਹੀਂ ਤੇ ਲੋਕ ਇੱਕ ਛਿੱਕ ਮਾਰੇ ਮਰਨਦੇ ਆ, ਕਿਉਂਕਿ ਖੁਦਾ ਸ਼ੁਰੂ ਤੋਂ ਆਪਣੇ ਲੋਕਾਂ 'ਚ ਤੇ ਦੂਜੇ ਲੋਕਾਂ 'ਚ ਫਰਕ ਕਰਦਾ ਰਿਹਾ ਆ। ਔਰ ਉਹਦੇ ਲੋਕ ਉਹ ਨੇ ਜਿਹੜੇ ਉਹਦੇ ਹੁਕਮਾਂ ਨੂੰ ਮੰਨਦੇ ਨੇ। ਜੋ ਕੁਝ ਬਾਈਬਲ ਦੇ ਵਿੱਚ ਲਿਖਿਆ ਉਹਦੇ ਅਨੁਸਾਰ ਆਪਣੀ ਜ਼ਿੰਦਗੀ ਜੀਂਦੇ ਨੇ। ਮੈਂ ਬੋਲ ਰਿਹਾ ਕਲਾਮ 'ਚ ਲਿਖਿਆ ਚੱਖੋ ਤੇ ਵੇਖੋ ਯਹੋਵਾ ਕੀ ਆ। ਬਾਅਦ ਵੇਖਣਾ ਚਾਹੀਦਾ ਖੁਦਾ। ਆ ਥੋੜੇ ਦਿਨ ਪਹਿਲਾਂ ਆਪਾਂ, ਮੈਂ ਤੇ ਬ੍ਰਦਰ ਜਗਦੀਸ਼, ਆਪਾਂ ਇੰਪਲੈਂਟ ਚੱਲੇ। ਸਾਡੇ ਕੋਲ ਥੋੜੇ ਪੈਸੇ ਥੋੜ੍ਹੇ ਸੀ, ਤੋ ਜਗਦੀਸ਼ ਨੇ ਥੋੜੇ ਪੈਸੇ ਮੇਰੇ ਖਾਤੇ ਦੇ ਵਿੱਚ ਪਾਏ ਤੇ ਮੈਨੂੰ ਪੁੱਛ ਰਿਹਾ ਕਿੰਨੇ ਪਾਉਣੇ। ਮੈਨੂੰ ਕਿਹਾ ਵੀ 300 ਪਾ ਦੇ, ਕੋਈ ਨਹੀਂ 400-500 ਤੁਰੇ ਜਾਂਦੇ ਭੇਜ ਦੇਣਾ ਖੁਦਾ ਨੇ। ਅੱਜ ਇਹ ਇਹਨਾਂ ਦੇ ਘਰੋਂ ਬਾਹਰ ਨਿਕਲੇ ਤੇ 900 ਰੁਪਈਆ ਮੇਰੇ ਖਾਤੇ ਦੇ ਵਿੱਚ ਆ ਗਿਆ। ਹਾਲੇਲੂਇਆ। ਆਇਆ ਕਿੰਨਾ ਲੋ? ਜਿੰਨਾ ਲੋ ਕੋਈ ਆਸ ਉਮੀਦ ਨਹੀਂ। ਪਰਮੇਸ਼ਰ ਤੁਹਾਨੂੰ ਨਿੱਕੀ ਨਿੱਕੀ ਗੱਲ ਤੇ ਪ੍ਰੂਫ ਦਿੰਦਾ ਹੈ ਕਿ ਮੈਂ ਕੀ ਆ ਤੇਰੇ, ਮੈਂ ਤੇਰੇ ਨਾਲ ਆ, ਮੈਂ ਤੇਰੇ ਅੰਗ ਸੰਗ ਆ, ਮੈਂ ਤੈਨੂੰ ਕਦੇ ਨਹੀਂ ਛੱਡਾਂਗਾ, ਨਾ ਤੈਨੂੰ ਕਦੇ ਤਿਆਗਾਂਗਾ। ਬੜੀ ਪੁਰਾਣੀ ਗੱਲ ਹੈ, ਨਵੇਂ ਨਵੇਂ ਸਮਾਰਟਫੋਨ ਆਏ ਸੀ, ਫੋਨ ਪੇ ਨਵਾਂ ਨਵਾਂ ਚੱਲਿਆ ਸੀ, ਤੇ ਮੈਂ ਇੱਕ ਵਾਰੀ ਪੈਟਰੋਲ ਪੰਪ ਤੋਂ ਤੇਲ ਪਾਇਆ ਨਹੀਂ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ, ਪੈਸੇ ਘਰ ਰਹਿ ਗਏ। ਔਰ ਉਦੋਂ ਮੇਰੇ ਕੋਲ ਪੈਸ਼ਨ ਪ੍ਰੋ ਮੋਟਰਸਾਈਕਲ ਸੀ, ਤੇਲ ਵੀ ਕਿੰਨਾ ਪਵਾਇਆ, ਟੈਂਕੀ ਫੁੱਲ ਕਰਾ ਲਈ। ਮੈਂ ਜਦੋਂ ਜੇਬ ਖੋਲੀ ਤੇ ਜੇਬ 'ਚ ਪੈਸੇ ਕੋਈ, ਮੇਰੇ ਬੈਂਕ ਖਾਤੇ 'ਚ ਵੀ ਪੈਸੇ ਨਹੀਂ ਸੀ ਹੈਗੇ। ਅਜੇ ਮੈਂ ਸੋਚ ਨਹੀਂ ਡਿਆ, ਉਸ ਮੇਰਾ ਫੋਨ ਦਾ ਮੈਸੇਜ ਵਜਾ ਟੁੰ, ਮੈਂ ਦੇਖਿਆ ਤੇ 5000 ਰੁਪਇਆ ਮੇਰੇ ਖਾਤੇ 'ਚ ਆ ਗਿਆ। ਆਇਆ ਕਿੱਦਾਂ, ਪੂਰੀ ਕਹਾਣੀ ਤੁਹਾਨੂੰ ਦੱਸਦਾ। ਚਲੋ ਮੈਂ ਫੋਨ ਪੇ ਤੋਂ ਉੱਥੇ ਪੈਸੇ ਟ੍ਰਾਂਸਫਰ ਕੀਤੇ, ਪੈਟਰੋਲ ਦੇ ਦਿੱਤੇ ਤੇ 850 ਰੁਪਏ। ਉਸੇ ਵੇਲੇ ਮੈਨੂੰ ਫੋਨ ਆ ਗਿਆ ਪ੍ਰਗਟ ਦੇ ਭਰਾ ਆਕਾਸ਼ ਦਾ, ਤੇ ਹੱਸੀ ਜਾਵੇ ਫੋਨ, ਕਹਿੰਦਾ ਪਾਸਟਰ ਜੀ ਉਹ ਪੈਸੇ ਗਲਤੀ ਨਾਲ ਤੁਹਾਡੇ ਖਾਤੇ 'ਚ ਆ ਗਏ, ਕਹਿੰਦਾ ਭੇਜਣੇ ਮੈਂ ਮੰਮੀ ਮੈਂ ਦੇਣੇ। ਕਹਿੰਦਾ ਕੋਈ ਗੱਲ ਨਹੀਂ। ਮੈਂ ਉਦੋਂ ਸਮਝ ਗਿਆ ਕਿ ਪ੍ਰਭੂ ਨੂੰ ਪਤਾ ਸੀ। ਵੇਖੋ ਉਹਨੇ ਇਹ ਨਹੀਂ ਕਿ ਉਹਦੀ ਮੰਮੀ ਦਾ ਖਾਤਾ ਉਹਦੇ ਕੋਲ ਸੇਵ ਨਹੀਂ ਸੀ, ਪ੍ਰਭੂ ਨੂੰ ਪਤਾ ਹੈ ਕਿ ਲੋੜ ਮੈਨੂੰ ਆ। ਮੈਂ ਕੋਈ ਨਹੀਂ, ਡੈਡੀ ਨੂੰ ਘਰ ਭੇਜਦੇ, ਲੈ ਜੇ ਪੈਸੇ। ਪਰਮੇਸ਼ਰ ਪੈਰ ਪੈਰ ਤੇ ਤੁਹਾਨੂੰ ਪ੍ਰੂਫ ਦਿੰਦਾ ਆ। ਤੁਸੀਂ ਕਹੋਗੇ ਇਤਫਾਕ, ਹਾਂ। ਖੁਦਾ ਦਾ ਇੱਕ ਦਾਸ ਵਿਲੀਅਮ ਦਾ ਨਾਮ ਮੈਨੂੰ ਭੁੱਲ ਗਿਆ, ਦਾ ਚਲਾ ਗਿਆ ਪ੍ਰਭੂ ਦੇ ਕੋਲ। ਉਹਨੇ ਆਪਣੀ ਬੁੱਕਸ ਦੇ ਵਿੱਚ ਲਿਖਿਆ, ਜਦੋਂ ਮੈਂ ਪ੍ਰਾਰਥਨਾ ਕਰਦਾ ਆ, ਖੁਦਾ ਦੀਆਂ ਆਗਿਆ ਨੂੰ ਮੰਨਦਾ, ਤੇ ਉਦੋਂ ਇਤਫਾਕ ਹੁੰਦੇ, ਕਹਿੰਦਾ ਮੇਰੀ ਜ਼ਿੰਦਗੀ ਦੇ ਵਿੱਚ। ਤੇ ਕਹਿੰਦਾ ਜਦੋਂ ਮੈਂ ਦੁਆ ਨਹੀਂ ਕਰਦਾ ਉਦੋਂ ਇਤਫਾਕ ਵੀ ਨਹੀਂ ਹੁੰਦੇ। ਹੱਥਾਂ ਨੂੰ ਉਠਾ ਕੇ ਬੋਲੋ ਹਾਲੇਲੂਇਆ। ਹੁਣ ਜਿੰਨੇ ਵਿਸ਼ਵਾਸ ਨਹੀਂ ਨਾ ਕਰਨਾ, ਉਹਨੇ ਤੇ ਇਹੋ ਹੀ ਕਹਿਣਾ ਉਦਾਂ ਹੀ ਹੋ ਗਿਆ ਸੀ, ਉਹ ਤੁੱਕਾ ਲੱਗ ਗਿਆ ਸੀ। ਪਰ ਜਿਹੜਾ ਵਿਸ਼ਵਾਸ ਕਰਦਾ ਨਾ, ਉਹ ਛੋਟੀ ਛੋਟੀ ਗੱਲ ਦੇ ਉੱਤੇ ਪ੍ਰਭੂ ਤੇ ਵਿਸ਼ਵਾਸ ਕਰਦਾ। ਬੋਲੋ ਹਾਲੇਲੂਇਆ। ਮੇਰਾ ਯਹੋਵਾ ਪਰਮੇਸ਼ਰ ਯੋਸ਼ੂਆ ਨੂੰ ਕਹਿ ਰਿਹਾ, ਯੋਸ਼ੂਆ ਅੱਜ ਇਸ ਧਰਤੀ ਤੇ ਹੈਗਾ, ਬੋਲੋ ਦੱਸੋ। ਉਹਦੇ ਕਈ ਹਜ਼ਾਰਾਂ ਸਾਲ ਪਹਿਲਾਂ ਚੱਲ ਗਿਆ ਪ੍ਰਭੂ ਦੇ ਕੋਲ। ਹੁਣ ਅੱਜ ਪਰਮੇਸ਼ਰ ਕਿਹਦੇ ਨਾਲ ਗੱਲ ਕਰ ਰਿਹਾ? ਜਿਉਂਦਿਆਂ ਨਾਲ, ਸਾਡੇ ਨਾਲ, ਮੇਰੇ ਨਾਲ, ਆਪ ਦੇ ਨਾਲ। ਪਰਮੇਸ਼ਰ ਕਹਿੰਦਾ ਤੂੰ ਤਕੜਾ ਹੋ। ਇੱਕ ਗੱਲ ਯਾਦ ਰੱਖੋ, ਵਿਚਾਰੇ ਬਣ ਕੇ ਇਸ ਦੁਨੀਆ ਤੇ ਰਹੋਗੇ, ਵਿਚਾਰਿਆਂ ਨੂੰ ਕੋਈ ਨਹੀਂ ਜੇ ਪੁੱਛਦਾ। ਪਰਮੇਸ਼ਰ ਵੀ ਨਹੀਂ ਜੇ ਪੁੱਛਦਾ ਵਿਚਾਰਿਆਂ ਨੂੰ। ਇੱਕ ਮਿਸਤਰੀ ਹੈ ਕਾਂਡੀ ਤੇ ਅਸੀਂ ਫੜ ਕੇ ਵਿਚਾਰਾ ਜਿਹਾ ਬਣ ਕੇ ਪਿਆ, ਯਾਰ ਮੈਨੂੰ ਕੋਈ ਕੰਮ ਤੇ ਡਾਲੋ। ਹਾਂ ਕੰਮ ਤੇ ਡਾਉਂਦਾ ਉਹਨੂੰ ਕੋਈ ਕੰਮ ਤੇ? ਤੁਸੀਂ ਆਪਣੇ ਘਰ ਮਿਸਤਰੀ ਉਹ ਡਾਉਂਦੇ ਜੇ ਜਿਹੜਾ ਟੈਲੈਂਟਡ ਆ ਪੂਰਾ, ਜਿਹੜਾ ਕੰਧਾਂ ਸਿੱਧੀਆਂ ਕਰਦਾ, ਵਿੰਗੀਆਂ ਨਹੀਂ ਕਰਦਾ। ਜਿਹੜਾ ਵਿੰਗੀਆਂ ਕੰਧਾਂ ਕਰੇ ਤੁਹਾਨੂੰ ਬਾਅਦ ਚ ਕੋਈ ਮੈਨੂੰ ਕਈ ਏਦਾਂ ਪਰਮੇਸ਼ਰ ਅੱਗੇ ਵੀ ਹਾਏ ਪਰਮੇਸ਼ਰ ਕਰ, ਹਾਏ ਹਾਏ। ਗੀਤ ਵੀ ਅਜੇ ਤੱਕ ਬੋਲਦੇ ਹਾਏ ਹਾਏ ਮੈਂ ਕਰਦਾ। ਉਹਨੂੰ ਜ਼ਬੂਰ ਨੂੰ ਧਿਆਨ ਨਾ ਪੜਿਓ, ਦਾਊਦ ਨੇ ਕਦੋਂ ਜ਼ਬੂਰ ਲਿਖਿਆ ਹੈ। ਜਦੋਂ ਗੁਨਾਹ ਕਰਕੇ ਉਹ ਤੰਗੀ 'ਚ ਫਸਿਆ ਸੀ ਨਾ, ਉਦੋਂ ਕਹਿੰਦਾ ਹਾਏ ਹਾਏ ਮੈਂ ਕਰਦਾ ਕਹਿੰਦਾ। ਤੇ ਤੁਸੀਂ ਵੀ ਅਜੇ ਤੱਕ ਬੋਲੀ ਜਾਂਦੇ 10 ਸਾਲਾਂ ਬਾਅਦ ਹੀ ਹਾਏ ਹਾਏ। ਪਰਮੇਸ਼ਰ ਕਹਿੰਦਾ ਕਰੀ ਜਾ ਫਿਰ ਹਾਏ ਹਾਏ। ਵਿਚਾਰਿਆਂ ਵਾਸਤੇ ਸੰਸਾਰ 'ਚ ਕੋਈ ਥਾਂ ਨਹੀਂ ਜੇ ਹੈਗਾ। ਇਹ ਗੱਲ ਹਮੇਸ਼ਾ ਯਾਦ ਰੱਖੋ। ਤੁਹਾਨੂੰ ਤਕੜੇ ਹੋਣ ਦੀ ਲੋੜ ਹੈ, ਤੁਹਾਨੂੰ ਵੱਡਾ ਹੌਸਲਾ ਕਰਨ ਦੀ ਲੋੜ ਹੈ। बोलो सारे हालेलुया, और जोर से बोलो हालेलुया।
ਕਈ ਵਾਰੀ ਆਪਾਂ ਪਤਾ ਕੀ ਸੋਚਦੇ ਹਾਂ, ਤਰਲੇ ਕਰ ਲਾਂਗੇ, ਮਿੰਨਤਾਂ ਕਰ ਲਾਂਗੇ। ਉਹ ਜਿੱਥੇ ਤਰਲੇ ਕਈ ਕਰਨੇ ਚਾਹੀਦੇ ਉੱਥੇ ਕਈ ਕਰਦੇ ਨਹੀਂ, ਉੱਥੇ ਲੜਾਈ ਕਰ ਲੈਂਦੇ ਆ। ਜਿੱਥੇ ਤਕੜੇ ਹੋਣਾ ਚਾਹੀਦਾ ਕਰਨ ਡੈ ਪੈਂਦੇ। आपने कलाम नू फॉलो करना है। आप दुखी जे, बीमारियां आप नू सता रही, कर्जा आप नू सता रहा, गरीबी आप नू सता रही, आप विचारे बनोगे, इस दे विचों बाहर आ जाओगे? नो, कदे नहीं। आपने तकड़े होना है। परमेश्वर योशुआ नू की कहंदा, तू तकड़ा हो और हौसला किन्ना रख, कहंदा वड्डा हौसला कर। आप देखो किसी के घर जाके इदां कहने आ, भैन जां भरा हुण हौसला कर, दिल वड्डा कर। परमेश्वर भी योशुआ नू कह रहा, मूसा चल गया, डोंट वरी, मैं तेरे नाल वां, वड्डा हौसला रख। परमेश्वर इहनू कहंदा, जिवें मैं मूसा दे नाल रहा, तिवें मैं तेरे नाल भी रवांगा। बोलो हालेलुया। 5 आयत, तेरी सारी अवस्था विच कोई मनुख तेरे सामने ना आकड़ेगा। आप खुदा दे हुक्मां च पूरे जे, आप खुदा दी आग्यावां नूं मनदे जे, आप खुदा नूं मुहब्बत करदे जे। परमेश्वर कहंदा बह जा, बह जांदे जे। परमेश्वर कहंदा उठ जा, उठ पैंदे जे। परमेश्वर कहंदा लम्मे पै, लम्मे पैंदे जे। परमेश्वर कहंदा 100 रुपए का बीज बीज, 100 का बीज दे जे। परमेश्वर कहंदा 500 बीज, परमेश्वर कहंदा 5000 बीज, 10,000 बीज। आप खुदा दी एक एक गल सुनते जे, उदां ही करदे जे। और जिदन तुसीं कहोगे ना, जिदन तुसीं कहोगे खुदावंद मैं इदां करना है, वो तुहाडी भी सुनेगा। बोलो सारे हालेलुया। साडे इन्वेटर का बैटरा खराब हो गया। मैं तो पास्टर राजू सलाह करन दे भी पैसे भी थोड़े रह गए। मैनूं कहंदे कोई नहीं, 2 महीने ठहर के रह लिओ, चर्च का काम चल रहा। मैं घुमाण किसी होर काम लई गया, लाइट काफ़ी खराब कर रही सी। प्रभु दे अगे दुआ की। मैं कहा प्रभु मैं शॉप ते चलिया, मेरी मदद करी। शॉप वाले ने जाके कहा, मैं कहा जी बैटरा चाहिए। कहते पसंद करो किहड़ा लेना। पसंद किया, मैं कहा पैसे नहीं है। कहते कोई नहीं, असीं किहड़े मंगे, लै जाओ। हालेलुया। मैं कहा पता नहीं जे कदों देने। कहते कोई गल नहीं, लै जाओ। प्रभु दयालु हुंदा है ते ये गल्लां फेर हुंदियां। हालेलुया। थोड़े दिन बाद ही मसीह भरा मेरा मिलिया। उन्हें मैनू आके कुछ पैसे दिते। कहता प्रभु ने मैनू कहा तुहानू दान देने के लिए, तुहानू प्रभु ने कहा कि तुहानू बैटरी की लोड़ है। मैं कहा तो मैं लैन दा। कहता पैसे मैं वो देने वाले। कहता जाओ फिर दे के आओ। इदा क्यों हुंदा भला? जदों तुसीं नहीं झिस्सी वटोगे रब दे काम करन दे लई, वो भी कदे नहीं वटेगा। बोलो हालेलुया। आपां विचारे जे बन के जिंदगी जी रहे हैं, विचारे जे बन के चल रहे हैं, कपड़े भी ऐ पाए जिद्दां विचारे जे हैं। जिंदगी च कोई दुख आ गया, दाढ़ी मुन्ननी बंद करती, मुच्छां मूँह च पैण दियां, लालां मूँह च पैण दियां, बुरा हाल। की कर लोगे? दुनिया तुहानू अपने हत्थां ते चुक लेगी या परमेश्वर तुहानू अपने हत्थां ते चुक लेगा? मैं तुहानू क्लीयरली ये गल कह रहा, अगर तुसीं विचारे बनोगे तुहाडे लई दुनिया च कोई थां नहीं जाएगा, ना परमेश्वर दे अगे कोई थां हैगा। गदौन नाल खुदा ने गल की, गदौन कहता मैं तो कमजोर जा, मैं तो कंगाल जा। खुदा कहता तू मत कह तू कंगाल है, मैं तेरे नाल आ। तुहानू उठा के बोलो सारे हालेलुया। वो कईयां दी वर्डिंग नहीं अजे तक चेंज हुई। यसु मसीह आया 5-10 साल हो गए, असीं ते जी बड़े गरीब। एक दिन जो मैनू कहता आपा मिडल क्लास फैमिली। मैं तेनू किहने कहता आपा मिडल क्लास फैमिली? आपा टॉप क्लास फैमिली। कुछ पास्टर बह के सलाह कर रहे कि सानू ना पिछड़ी श्रेणी के फायदे मिलने चाहिए। मैं चुप करके बैठा। मैनू 2 जने विचों कहंदे पास्टर जी तुसीं नहीं कुछ बोलते। मैं पछड़ी श्रेणी है ही नहीं, तो मैं कहदे ले बोलां? मैं तो राजियों कर जो राजा ओदा बेटा आ। जोर से बोलो हालेलुया। कई मसीह बन के अजे भी पछड़ियां श्रेणी वाले फायदे लेना चाहते। सारे पिंड नूं मैं राशन कार्ड के फार्म वंडे, सारे पिंड मडियाले नूं। मेरे नाल काफ़ी जने आए, साडे
ਸਾਰੇ ਮੈਂਬਰ ਤੇ ਆਪਣੀ ਬਰਾਦਰੀ ਦੇ। ਇਹਦੇ ਪਾਸੇ ਤੁਸੀਂ ਨਹੀਂ ਰਾਸ਼ਨ ਕਾਰਡ ਬਣਾਉਣਾ। ਮੈਂ ਇਹਦੇ ਫਾਰਮ ਦੇ ਵਿੱਚ ਲਿਖਿਆ ਤੁਹਾਡੇ ਘਰ 'ਚ ਏਸੀ ਹੈ ਨਹੀਂ। ਮੈਂ ਮੇਰੇ ਘਰ 'ਚ ਹੈਗਾ। ਇਹਦੇ ਵਿੱਚ ਲਿਖਿਆ ਤੁਹਾਡੇ ਘਰ ਦੇ ਵਿੱਚ ਆ ਫਲਾਣੀ ਚੀਜ਼ ਨਹੀਂ ਹੈਗੀ, ਤੁਹਾਡੀ ਇਨਕਮ ਇੰਨੀ। ਮੈਂ ਕਿਹਾ ਇਹ ਸਾਰਾ ਕੁਝ ਮੈਨੂੰ ਝੂਠ ਭਰਨਾ ਪੈਣਾ, ਮੈਂ ਨਹੀਂ ਬਣਾਉਣਾ ਰਾਸ਼ਨ ਕਾਰਡ। ਉਹ ਕਹਿੰਦੇ ਹੋਰ ਬੜੇ ਫਾਇਦੇ ਹੁੰਦੇ। ਮੈਂ ਕਿਹਾ ਮੈਨੂੰ ਮੇਰਾ ਫਾਇਦਾ ਮੇਰਾ ਯਹੋਵਾ ਦੇਗਾ। ਬੋਲੋ ਸਾਰੇ ਹਾਲੇਲੂਇਆ। ਜੇ ਦੁਨੀਆ ਦੇ ਫਾਇਦਿਆਂ ਦੇ ਮਗਰ ਭੱਜੋਗੇ ਨਾ ਤੇ ਪਰਮੇਸ਼ਰ ਤੁਹਾਨੂੰ ਕਦੇ ਫਾਇਦਾ ਨਹੀਂ ਦੇਗਾ। ਛੋਟੇ ਛੋਟੇ ਝੂਠ ਬੋਲ ਬੋਲ ਕੇ ਫਾਇਦੇ ਲੈ ਲੈਣੇ। ਬੱਚਿਆਂ ਨੂੰ ਕਿਤਾਬਾਂ ਫ੍ਰੀ ਮਿਲ ਜਾਣੀਆਂ। ਚਲੋ ਉਹ ਕਿਤਾਬਾਂ ਦਾ ਖਰਚਾ ਤੁਸੀਂ ਬਚਾ ਲਿਆ, ਉਹ ਦੂਜੇ ਬੰਨੇ ਨੂੰ ਨਿਕਲਣਾ ਹੁਣ ਪੱਥਰੀਆਂ ਰਸੌਲੀਆਂ ਰਾਹੀਂ। ਤੁਸੀਂ ਇੱਕ ਆਪਣੇ ਦਿਮਾਗ ਦੇ ਨਾਲ ਸੋਚ ਕੇ ਤੁਸੀਂ ਇੱਕ ਪਾਸੇ ਫਾਇਦਾ ਕਰੋਗੇ, ਨੁਕਸਾਨ ਦੂਜੇ ਪਾਸੇ ਭੱਜਾ ਆਏਗਾ ਤੁਹਾਡੇ ਵੱਲ। ਆਪ ਗੋਡ ਪਲੈਨਿੰਗ ਦੇ ਵਿੱਚ ਸ਼ਾਮਲ ਹੋਵੋ ਕਿ ਪਰਮੇਸ਼ਰ ਦੀ ਪਲੈਨਿੰਗ ਆਪ ਦੇ ਵਾਸਤੇ ਕੀ ਹੈ, ਉਹ ਕੀ ਕਰਨਾ ਚਾਹੁੰਦਾ ਤੁਹਾਡੇ ਵਾਸਤੇ। ਸਾਡੇ ਰਿਸ਼ਤੇਦਾਰਾਂ ਦੇ ਵਿੱਚ ਵਿਆਹ ਹੁੰਦਾ, ਅਸੀਂ ਵਿਆਜੀ ਪੈਸੇ ਚੁੱਕ ਕੇ ਉਹਨਾਂ ਨੂੰ 5-10 ਹਜ਼ਾਰ ਹੈਲਪ ਦੇ ਕੇ ਆਉਂਦੇ। ਆ ਮਹੀਨਾ ਹੋ ਗਿਆ ਚਰਚ ਦੇ ਵਿੱਚ ਕੰਮ ਚੱਲਣ ਦਿਆ। ਹੱਥ ਖੜਾ ਕਰੋ ਕਿਹੜਾ ਯੋਧਾ ਸੂਰਮਾ ਜਿਹਨੇ ਵਿਆਜੀ ਪੈਸੇ ਚੁੱਕ ਕੇ ਚਰਚ ਦੇ ਵਿੱਚ ਦਿੱਤੇ ਹੋਣ। ਮੌਤ ਪੈ ਜਾਂਦੀ ਉਦਾਂ ਹੀ। ਤਗੜੇ ਹੋਵੋ ਖੁਦਾ ਦੇ ਕੰਮ ਦੇ ਲਈ। ਖੁਦਾ ਮੈਂ ਕਿਹਾ ਐ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾ ਖੜਾ ਹੋਊਗਾ ਤੇ ਤਾਂ ਆਖਿਓ ਜ਼ੋਰ ਸੇ ਬੋਲੋ ਹਾਲੇਲੂਇਆ, ਔਰ ਜ਼ੋਰ ਸੇ ਬੋਲੋ ਹਾਲੇਲੂਇਆ। ਸਾਨੂੰ ਕੋਈ ਸੈਲਰੀ ਨਹੀਂ ਮਿਲਦੀ, ਠੀਕ ਆ, ਕੋਈ ਸਾਡਾ ਲੱਖਾਂ ਕਰੋੜਾਂ ਦੇ ਵਿੱਚ ਬਿਜ਼ਨਸ ਨਹੀਂ ਆ। ਮੇਰੇ ਲਾਗੇ ਬਹਿ ਕੇ ਹਿਸਾਬ ਕਰ ਲਿਓ ਮੇਰੇ ਨਾਲ। ਮੈਂ ਰੋਟੀ ਖਾਣੀ ਵੀ ਛੱਡਦਾ ਤੇ 35,000 ਰੁਪਇਆ ਖਰਚਾ ਸ਼ੁਰੂ ਹੋ ਗਿਆ ਸਾਡੇ ਮਹੀਨੇ ਦਾ। ਰੋਟੀ ਖਾਣੀ ਛੱਡ ਦਈਏ, ਪਾਣੀ ਪੀਣਾ ਛੱਡ ਦਈਏ, ਉਹਦੇ ਤੇ ਨਜ਼ਰਾਂ ਵਾ। ਬੋਲੋ ਹਾਲੇਲੂਇਆ। ਔਰ ਕਦੇ ਕਿਸੇ ਚੀਜ਼ ਦੀ ਥੋੜ ਨਹੀਂ ਆਈ। ਆਪ ਜੇ ਬਹਿ ਕੇ ਦੁਆ ਵੀ ਕਰਦੇ, ਹਾਏ ਪ੍ਰਭੂ ਤੇਰਾ ਸਭ ਕੁਝ ਕਿਵੇਂ ਠੀਕ ਹੋ। ਬਾਈਬਲ ਦੇ ਵਿੱਚ ਲਿਖਿਆ ਬਲੈਸਿੰਗ ਕਿੱਥੇ ਆ? ਤੇਰੇ ਮੂੰਹ ਦੇ ਵਿੱਚ। ਜਿਹੜਾ ਹੀ ਆਉਂਦਾ ਉਹਨੂੰ ਹੱਥ ਜੋੜ, ਅਸੀਂ ਜੀ ਬੜੇ ਗਰੀਬ, ਸਾਡੇ ਤੇ ਬੈਂਕ 'ਚ ਵੀ ਨਹੀਂ ਕੋਈ ਪੈਸਾ ਹੈਗਾ। ਇਹ ਤੂੰ ਆਪਣੀ ਬਲੈਸਿੰਗ ਨੂੰ ਗਾਲ ਦੇ ਰਿਹਾ। ਮੈਂ ਪਿਛਲੇ ਸੰਡੇ ਦੱਸਿਆ ਸੀ ਨਾ ਪਾਸਟਰ ਦੀ ਸਟੋਰੀ। ਉਹ ਪਾਸਟਰ ਦੀ 90% ਕਲੀਸਿਆ ਜਿਹੜੀ ਸੀ 10ਵਾਂ ਹਿੱਸਾ ਦਿੰਦੀ ਸੀ ਖੁਦਾ ਦੇ ਘਰ ਦੇ ਵਿੱਚ, ਔਰ ਮੋਸਟਲੀ ਲੋਕ ਗਰੀਬ ਸੀ। ਪਾਸਟਰ ਜਦੋਂ ਵੀ ਕਿਤੇ ਬਾਹਰ ਪ੍ਰਚਾਰ ਕਰਨ ਜਾਂਦਾ ਸੀ ਆਪਣੀ ਕਲੀਸਿਆ ਦੇ ਬਾਰੇ ਬੋਲਦਾ ਸੀ, ਮੇਰੀ ਕਲੀਸਿਆ 'ਚ ਕੋਈ ਗਰੀਬ ਨਹੀਂ ਹੈ। ਜਦੋਂ ਕਿ ਇਹ ਝੂਠ ਸੀ, ਔਰ ਉਹ ਝੂਠ ਨਹੀਂ ਸੀ ਬੋਲਦਾ, ਉਹ ਡਿਕਲੇਅਰ ਕਰਦਾ ਸੀ ਆਪਣੀ ਕਲੀਸਿਆ ਦੀ ਆਸ਼ੀਸ਼ ਨੂੰ। ਬੋਲੋ ਹਾਲੇਲੂਇਆ। ਕੁਝ ਸਾਲ ਲੰਘੇ, ਉਹਦੀ ਕਲੀਸਿਆ ਦੇ ਵਿੱਚ ਸੱਚੀ ਮੁੱਚੀ ਨਹੀਂ ਕੋਈ ਗਰੀਬ ਰਿਹਾ, ਸਭ ਅਮੀਰ ਹੋ ਗਏ। ਅਸੀਂ ਬਹਿ ਕੇ ਦੁਆ ਕਰਦੇ, ਖੁਦਾਵੰਦਾ ਸਾਨੂੰ ਕੋਠੀ ਚਾਹੀਦੀ ਆ, ਸਾਡੇ ਮੁੰਡੇ ਫੋਰਨ ਵਿੱਚ ਜਾਣੇ ਚਾਹੀਦੇ ਆ, ਸਾਡਾ ਫਲਾਣਾ ਕੰਮ ਹੋਣਾ ਚਾਹੀਦਾ, ਸਾਡਾ ਫਲਾਣਾ ਕੰਮ ਹੋਣਾ ਚਾਹੀਦਾ। ਅਸੀਂ ਖੁਦਾ ਦੇ ਰਾਜ ਵਿੱਚ ਕੀ ਕਰਦੇ? ਅਸੀਂ ਖੁਦਾ ਦੇ ਰਾਜ ਦੇ ਲਈ ਕੀ ਕਰਦੇ? ਔਰ ਜਿਹੜੇ ਕਰ ਰਹੇ ਨੇ, ਆਪ ਯਾਦ ਰੱਖੋ ਆਪ 100 ਗੁਣਾ ਪ੍ਰਾਪਤ ਕਰੋਗੇ। ਜ਼ੋਰ ਸੇ ਬੋਲੋ ਹਾਲੇਲੂਇਆ। ਕਿੰਨੇ ਗੁਣਾ? ਪਰਮੇਸ਼ਰ ਯੋਸ਼ੂਆ ਨੂੰ ਕਹਿੰਦਾ ਹੈ 5 ਐਤ, ਤੇਰੀ ਸਾਰੀ ਅਵਸਥਾ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਾ ਖੜੇਗਾ। ਥੱਲੇ ਵਾਲਾ ਇੱਕੋ ਬੰਦ ਕਰੋ। ਜਿਵੇਂ ਮੈਂ ਮੂਸਾ ਦੇ ਸੰਗ ਰਿਹਾ ਤਿਵੇਂ ਤੇਰੇ ਸੰਗ ਵੀ ਰਵਾਂਗਾ, ਮੈਂ ਤੈਨੂੰ ਨਹੀਂ ਛੱਡਾਂਗਾ ਤੇ ਨਾ ਤੈਨੂੰ ਤਿਆਗਾਂਗਾ। ਪਰਮੇਸ਼ਰ ਮੂਸਾ ਦੇ ਨਾਲ ਕਿੱਦਾਂ ਰਿਹਾ ਸੀ? ਆਪ ਇਹੋ 34 ਚੈਪਟਰ ਵਿਵਸਥਾ ਸਾਰ ਦਾ 7 ਐਤ। ਮੂਸਾ 120 ਵਰਿਆਂ ਦਾ ਸੀ ਜਦ ਉਹ ਚਲਾਣਾ ਕਰ ਗਿਆ। ਕਿੰਨੇ ਸਾਲਾਂ ਦਾ ਹੋ ਕੇ ਮਰਿਆ ਮੂਸਾ? ਉਹ ਬੋਲਦੇ ਨਹੀਂ ਕਿੰਨੇ ਸਾਲਾਂ ਦਾ, ਤੇ 120 ਸਾਲਾਂ ਦਾ ਬੁੱਢਾ ਪਹਾੜ ਚੜਨ ਦਿਆ। ਉਹ ਵੀ ਤੁਰ ਕੇ, ਕਦੀ ਚੜ ਕੇ ਵੇਖਿਆ ਜੇ ਕਿੰਨੇ ਪਹਾੜ? ਅਸ਼ੋਕ ਨੂੰ ਪਤਾ ਹੈ, ਜਦੋਂ ਪਹਾੜ ਚੜੀਦਾ ਨਾ ਤੇ 20 ਸਾਲਾਂ ਦੇ ਮੁੰਡੇ ਦੀ ਵੀ ਜੀਬ ਜਿਹੜੀ ਬਾਹਰ ਆ ਜਾਂਦੀ ਹੈ। 120 ਸਾਲ ਦਾ ਬੰਦਾ ਦੁਆ ਕਰਨ ਲਈ ਕਿੱਥੇ ਜਾ ਕੇ ਚੜਦਾ ਹੈ? ਪਹਾੜ ਤੇ। ਔਰ ਸੁਣੋ, ਜਦ ਉਹ ਚਲਾਣਾ ਕਰ ਗਿਆ, ਨਾ ਤਾਂ ਉਸ ਦੀ ਅੱਖ ਧੁੰਦਲੀ ਹੋਈ, ਨਾ ਉਸ ਦੀ ਸ਼ਕਤੀ ਘਟੀ। ਅਗਰ ਸਮਝ ਆਈ ਜ਼ੋਰ ਸੇ ਬੋਲੋ ਹਾਲੇਲੂਇਆ। 120 ਸਾਲ ਦਾ ਜਵਾਨ, ਨਾ ਅੱਖਾਂ ਦੀ ਰੋਸ਼ਨੀ ਘਟੀ, ਨਾ ਸਰੀਰ ਦੀ ਸ਼ਕਤੀ ਘਟੀ। ਤਾਂ ਪਰਮੇਸ਼ਰ ਯੋਸ਼ੂਆ ਨੂੰ ਕਹਿ ਰਿਹਾ ਜਿੱਦਾਂ ਮੂਸਾ ਦੇ ਨਾਲ ਸੀ ਉਦਾਂ ਹੀ ਮੈਂ
तेरे नाल रवांगा। मैं आप नूं कहना, जिस तरह खुदावंद मूसा दे नाल सी, उदां वो आप दे नाल रहेगा। आप दे शरीर दी भी शक्ति नहीं घटेगी, आप दी अखां दी रोशनी नहीं घट। तुसीं डिक्लेयर कर दे जे अपने आप लिए नज़र खराब होने दी, हालेलुया हालेलुया प्रभु जी ऐनकां लवाउण लई पैसे दे दे। ਉਹ ਤੁਸੀਂ ਇਹ ਕਿਉਂ नहीं दुआ करते कि ਤੁਹਾਡੀ ਅੱਖਾਂ ਦੀ ਰੋਸ਼ਨੀ ਵੱਜੇ। मैं कई बार वेख्या है नवा नवा जोड़ा विआह जांदा, दुआवां कराउंदे आ, ठीक आ। वाइफ जो प्रैगनेंट हो जाती है, आके दुआ पता की कराउणगे, बस जी दुआ करो पैसों का इंतजाम हो जाए। केस पहला ही दिमाग दे विच वा के ढिड पढ़ाउणा, मतलब 40-50 हज़ार रुपया चाहिए। जो तुसी कूच की किताब का पहला चैप्टर पढ़ोगे ना, तो बाइबल दे विच लिखिया फिरौन बादशाह ने दाइयां नूं कहा, अगर इसराइलियां दे घर दे विच मुंडा पैदा हुंदा तो उहनूं गल घुट के मार देना जमदियां सारी। अगर लड़की पैदा हुंदी उहनूं जींदा रहन देना। बाइबल दे विच लिखिया जिहड़ियां दाइयां सी खुदा तो डरियां। और एक होर घटना वापरी, दाइयां दे जाण तो पहला ही वो बच्चा पैदा कर लैंदियां सी। बोलो सारे हालेलुया। अज 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 दी स्टोरी की आ, भैन नूं पहला एक हस्पताल, फिर दूजे हस्पताल, फिर तीजे, फिर चौथे, पंजवें हस्पताल खड़दे, उत्थे जाके भी ढिड ही पड़ाउणा पैंदा। ब्लैसिंग थोड़ा हुण कईयां भैणां दे लड़कियां पैदा हुंदियां ते चंगियां भलियां, मुंडा पैदा हुंदा ते पैदा हुंदे मर जांदा। फिरौन बादशाह वर्गी बदरू आ उन्हां दे मगर। इहनूं डॉक्टरी दे विच कहंदे ठरा दा नुक्स, असीं कहंदे शैतानी नुक्स। शैतानी नुक्स हुंदा है, शैतानी चक्कर हुंदा है। इसलिए परमेश्वर तुहाडी जिंद नूं तकड़ियां करेगा। हालेलुया। परमेश्वर तुहाडे शरीर नूं तंदुरुस्ती दे विच रखेगा। परमेश्वर तुहाडीआं अखां नूं संभालेगा, तुहाडे गोडे गिट्टे संभालेगा। की करना है? तगड़े होना है। हालेलुया। हौसला किड्डा रखना? कईयां दा 500 रुपया गवाच जे, 500 गवाच जांदा, 500 की दवाई ले लेंदे। केड़ी केड़ी थ्योरी चलाउणी तुसीं अपनी लाइफ दे विच है? आपने तकड़े होना है। हालेलुया। परमेश्वर 5 दे विच आ जाओ, फिर योशुआ पहला 5। तेरी सारी अवस्था में कोई मनुख तेरे सामने नहीं आकड़ेगा। जिवें मैं मूसा दे संग रहा तिवें तेरे संग भी रवांगा। मैं तैनूं नहीं छड्डांगा अते ना तैनूं त्यागांगा। फिर खुदा कहंदा तकड़ा हो अते हौसला रख। हालेलुया। हर वेले शुक्र गुजारा रब्बा तेरा, रात नवी दिन आए ते नवाई। कई कहंदे ओही रात आ गई, ओही दिन आ गया, स्यापा खाना। बाइबल दे विच लिखिया तुहाडा आनंद कदे गवाचना नहीं चाहिए, और वो आनंद प्रभु दिंदा है। हर सुबह नवी होएगी, हर रात नवी होएगी जो तुसीं तगड़े होके खुदा दे राहां ते चलोगे। बोलो सारे हालेलुया। वो की हो गया? परमेश्वर कहंदा चेते कर तू किद्दां चलदा हुंदा सी मेरे मार्गां दे। गुरदासपुर आया आउंदे मम्मी बीमार हो गया, भारी सर उत्थे बीमार हो गए, मैं इत्थे हो गया। आके मैं घरों रोटी खाधी, रोटी खांदे सारे कहो सारा कुछ बाहर, और शरीर बिल्कुल आसरा नहीं कर रहा। दिल करे लम्मे पै जा, आत्मा कहे उठ ते बंदगी ते जा। किते बंदगी ते गए। अगले दिन जंडियाले बंदगी सी, मैं फोन कर दिता बंदगी वाले नूं, मैं नहीं जा रहा। फिर खुदा दे आत्मा ने मैनूं टिकण नहीं दिता। आपां आत्मिक इंसान वां, आत्मा के अनुसार चलण वाले, शरीर के अनुसार चलण वाले नहीं। फिर पिंड का एक नौजवान मैनूं मिलिया, साडे अपने पिंड मंडियाले दा। मेरे को शॉप ते आया ते दसन दिया, कहंदा पास्टर जी साडा रिश्तेदार एक पास्टर वा, बड़ी खुशी। कहंदा पर मैनूं तां तुहानूं वेख के खुशी हुंदी। मैं क्या वो क्यों?
ਕਹਿੰਦਾ ਯਾਰ ਉਹ ਤੇ ਇੱਕੋ ਬੰਦਗੀ ਕਰਕੇ ਨਾ ਘੰਟੇ ਦੀ ਤੇ ਕਹਿ ਦਿੰਦਾ ਮੈਂ ਬੜਾ ਥੱਕ ਗਿਆ। ਕਹਿੰਦਾ ਮੈਂ ਉਹਨੂੰ ਬੜੀ ਵਾਰੀ ਕਿਹਾ ਆ ਤੈਨੂੰ ਮੈਂ ਆਪਣੇ ਪਾਸਟਰ ਨਾਲ ਮਿਲਾਵਾਂ, ਸਾਡੇ ਪਿੰਡ 'ਚ ਪਾਸਟਰ ਰਹਿੰਦਾ। ਕਹਿੰਦਾ ਉਹਦੇ ਦਿਨ ਰਾਤ ਸਾਨੂੰ ਸਾਡੇ ਪਿੰਡ ਨੂੰ ਟਿਕਣ ਹੀ ਨਹੀਂ ਦਿੰਦੇ। आप अपने शरीर के अनुसार चलोगे तो आप सच्ची च थक जाओगे। आपने आत्मा के अनुसार चलना है। बोलो हालेलुया। बाइबल दे विच लिखा ना जवान थक जाणगे ते मुंडे उस जाणगे, यहोवा नूं उडीकण वाले नवें सिरे तो बल पाउणगे। साडा बल देख लिया ना, तो 20 साल दा होके मरिया, शरीर दा बल नहीं घटिया, शरीर दी शक्ति नहीं घटी। अज क्यों शरीर दे बल घट रहे हैं? क्योंकि शरीर दे नाल ज्यादा बदियां हो रही ने, पाप हो रहा, और पाप की मजदूरी की है? मौत है। परमेश्वर योशुआ नूं कहंदा, आप नूं भी कहंदा है, आप तकड़े होवो, हौसला रखो, खुदा दे वचनां दी की करो? पालना करो। 7 अध्याय दे विच फिर आ जावांगे। तू निरा तकड़ा हो अते वड्डा हौसला रख, तां जो तू उस सारी व्यवस्था दे अनुसार जिस दा मेरे दास मूसा ने तैनूं हुक्म दिता है पालना करके पूरा करे। आपने वचन नूं की करना है? पूरा करना है। वचन नूं पूरा भला किदां करीदा है? सुनो, वचन दे विच लिखिया 6 दिन आपने काम करना है, ऐतवार खुदा दे घर दे विच आके खुदा दी बंदगी करनी। आप 6 दिन काम करदे जे, ऐतवार आके बंदगी करदे जे, आप वचन नूं पूरा करदे जे। बाइबल दे विच लिखिया तड़के उठ के ते की कर? प्रार्थना कर। आप तड़के उठ के प्रार्थना करदे जे, आप वचन नूं पूरा करदे जे। बाइबल दे विच लिखिया गालां कड्ढण वाले खुदा दे राज दे अधिकारी नहीं होणगे। आप गालां कड्ढदे सी, आपने कलाम सुनिया, आपने गालां कड्ढणियां छड्ड दित्तियां, हुण गालां नहीं कड्ढदे, आप वचन नूं पूरा करदे जे। बाइबल दे विच लिखिया अपनी पत्नी नूं तू अपने समान प्यार कर, और तुसीं अपनी पत्नी नूं अपने जिद्दां अपने आप नूं प्यार करदे इदां करदे जे, आप वचन नूं पूरा करदे जे। बाइबल दे विच लिखिया नशेबाज खुदा दे राज दे अधिकारी नहीं होणगे। आप नशा करदे सी, आपने नशा करना छड्ड दित्ता, आप खुदा दे वचन नूं पूरा कर रहे जे। बाइबल दे विच लिखिया सारे दसवंध कित्थे लै के आओ? मेरे भवन दे विच लै के आओ। आप सारे अपनी कमाईयां दे दसवंध खुदा दे घर दे विच लिआउंदे जे, आप वचन नूं पूरा करदे जे। बाइबल दे विच लिखिया तू गरीब दी शुद्ध लै, गरीब दा पता लैंदा रह, आप लैंदे जे, आप वचन नूं पूरा करदे जे। हालेलुया। समझ आ रही गल आप नूं? जे परमेश्वर का वचन कहता है तू पाप ना करनी तो तू मरेगा, आप सगों ही पुज के करते जी। गल याद रखो, पाप की इको मजदूरी का नाम की है? जी बोलो की है? नाम नहीं जी, यहोवा दयालु आ, कृपालु आ, गुस्से विच धीरज का मतलब उन्हें छेती ना गुस्सा नहीं आता, जो आ जाता है। पहला मिस्र हिलाया, अज दुनिया हिलाती प्रभु ने। जल परलो के समय खुदा ने, जो जल परलो जो आंदी, जो नूह सी उदों भी मरी कित्थे आई? सारी दुनिया दे उत्ते। किन्ने जने बचे? 8 जाना बचियां। ये शुरू तो हुंदा आ रहा है। कोरोना कोई नवी बीमारी नहीं है, ये मरी है, सच विच मरी है। मैं राती दुआ कर रहा सी, मैं खुदा ने पूछा, खुदा ने मैनूं दस्सिया ये सच विच मरी है, इहदा असली नाम मरी आ, मौत आ। कोरोना नाम इनू साइंसदाना ने दिता है, और ये हर बारी मरी आउंदी है। और कदों आउंदी है? जो संसार पाप दे विच ज्यादा वध जांदा।